ਹਸਤ ਖੇਲਤ ਤੇਰੇ ਦਿਹੁਰੇ ਆਇਆ। ਅਗਲਾ ਪ੍ਰਸੰਗ। ਸਨ 2005 ਤੋਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਅਭਿਨਵ ਗੁਪਤਾ ਮੇਰੇ ਸੰਪਰਕ ਵਿੱਚ ਆਇਆ। ਜੋ ਕਿਤਾਬ ਮੈਂ ਲਿਖ ਕੇ ਛਪਾਉਂਦਾ ਉਸ ਦੀਆਂ 5-5 ਕਾਪੀਆਂ ਮੈਥੋਂ ਮੰਗਵਾ ਲੈਂਦਾ। ਖੁਦ ਧਿਆਨ ਨਾਲ ਪੜ੍ਹਦਾ ਅਤੇ ਹੋਰਨਾਂ ਨੂੰ ਪੜ੍ਹਨ ਲਈ ਦਿੰਦਾ। ਜਿਨ੍ਹਾਂ ਕਿਤਾਬਾਂ ਦੀ ਮੈਂ ਸਿਫਾਰਿਸ਼ ਕਰਦਾ ਉਹ ਵੀ ਮੈਥੋਂ ਮੰਗਵਾ ਕੇ ਪੜ੍ਹਦਾ। ਹਫ਼ਤੇ ਵਿੱਚ ਇੱਕ ਵਾਰੀ ਜਾਂ 2 ਵਾਰੀ ਫੋਨ 'ਤੇ ਲੰਮੀ ਗੱਲਬਾਤ ਕਰਦਾ। ਜ਼ਿੰਦਗੀ ਦੇ ਅਨੇਕਾਂ ਪਹਿਲੂਆਂ ਬਾਰੇ ਸਵਾਲ ਜਵਾਬ ਵੀ ਕਰਦਾ। ਗੁਰਮਤ ਬਾਰੇ ਅਤੇ ਬਾਕੀ ਜ਼ਿੰਦਗੀ ਦੀਆਂ ਮੁਸ਼ਕਲਾਂ ਬਾਰੇ ਤਰ੍ਹਾਂ ਤਰ੍ਹਾਂ ਦੇ ਸਵਾਲ ਹੁੰਦੇ। ਮੈਂ ਆਪਣੀ ਬੁੱਧੀ ਮੁਤਾਬਕ ਉਸ ਨੂੰ ਜਵਾਬ ਦੇਣ ਦਾ ਯਤਨ ਕਰਦਾ। ਅਭਿਨਵ ਨੂੰ ਉਸਦੇ ਗੁਰਮਤ ਗਿਆਨ ਨੇ ਮਾਨੋਂ ਉੱਡਣ ਲਾ ਦਿੱਤਾ। ਉਹ ਪੂਰੇ ਉਤਸ਼ਾਹ ਨਾਲ ਕੰਮ ਕਰਨ ਲੱਗ ਪਿਆ। ਜੰਮੂ ਵਿੱਚ ਇੱਕ ਡੇਰੇਦਾਰ ਸਾਧ ਬੜਾ ਪ੍ਰਭਾਵਸ਼ਾਲੀ ਹੈ। ਉਹ ਗੁਰਮਤ ਸਿਖਾਉਣ ਦੇ ਬਹਾਨੇ ਨੌਜਵਾਨਾਂ ਨੂੰ ਡੇਰੇ ਵਿੱਚ ਬੁਲਾ ਲੈਂਦਾ। ਸੇਵਾ ਦੇ ਨਾਂ 'ਤੇ ਇਹਨਾਂ ਤੋਂ ਆਪਣੇ ਘਰੇਲੂ ਕੰਮ ਕਰਾਉਂਦਾ। ਆਪਣੇ ਡੇਰੇ ਦੇ ਫਾਰਮ ਵਿੱਚ ਖੇਤੀ ਸੰਭਾਲ ਦਾ ਕੰਮ ਅਤੇ ਪਸ਼ੂਆਂ ਦੇ ਘਾਹ ਪੱਠੇ ਦੇ ਸਾਰੇ ਕੰਮ ਨੌਜਵਾਨਾਂ ਤੋਂ ਕਰਾਉਂਦਾ। ਅਭਿਨਵ ਨੇ ਮੇਰੇ ਨਾਲ ਸਾਧਾਂ ਸੰਤਾਂ ਬਾਰੇ, ਪਾਪ ਪੁੰਨ ਬਾਰੇ, ਨਰਕ ਸੁਰਗ ਬਾਰੇ, ਸੇਵਾ ਅਤੇ ਦਾਨ ਬਾਰੇ ਸਮਝ ਕੇ ਆਪਣਾ ਮਨ ਕਰੜਾ ਕਰਕੇ ਇੱਕ ਦਿਨ ਸਾਧ ਨੂੰ ਕਹਿ ਹੀ ਦਿੱਤਾ, ਬਾਬਾ ਜੀ ਅਸੀਂ ਇੱਥੇ ਗੁਰਮਤ ਸਿੱਖਣ ਆਉਂਦੇ ਸੀ, ਤੁਸੀਂ ਸਾਥੋਂ ਗੋਹਾ ਕੂੜਾ ਕਰਵਾਉਂਦੇ ਰਹੇ। ਅਸੀਂ ਅਣਭੋਲ ਮੁੰਡੇ ਇਸੇ ਵਿਗਾਰ ਨੂੰ ਧਰਮ ਸਮਝਦੇ ਰਹੇ, ਤੁਹਾਡੇ ਡੇਰੇ 'ਤੇ ਰੋਜ਼ਾਨਾ ਸਿਰ ਝੁਕਾਉਂਦੇ ਰਹੇ। ਮਨ ਵਿੱਚੋਂ ਭਰਮ ਨਾ ਸਾਡੇ ਨਿਕਲਿਆ। ਇੱਕ ਬਾਬਾ ਪੰਜਾਬ ਵਿੱਚ ਪਟਿਆਲੇ ਰਹਿੰਦਾ ਹੈ, ਉਸ ਦੀਆਂ ਕਿਤਾਬਾਂ ਮੈਂ ਪੜ੍ਹੀਆਂ, ਸੀਡੀਆਂ ਸੁਣੀਆਂ, ਫੋਨ 'ਤੇ ਉਸ ਨਾਲ ਗੱਲਾਂ ਕੀਤੀਆਂ। ਮਨ ਦਾ ਸਾਰਾ ਗੁਬਾਰ ਨਿਕਲ ਗਿਆ। ਹੁਣ ਤੁਹਾਨੂੰ ਆਖਰੀ ਵਾਰ ਫਤਿਹ ਬੁਲਾ ਕੇ ਮੈਂ ਆਜ਼ਾਦ ਹੋ ਰਿਹਾ ਹਾਂ। ਤੇ ਸਾਧ ਬਿਟ ਬਿਟ ਵੇਖਦਾ ਹੀ ਰਹਿ ਗਿਆ। ਅਭਿਨਵ ਦੇ ਗਿਆਨ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਜੰਮੂ ਦੇ ਕਿਸੇ ਗੁਰਦੁਆਰੇ ਵਿੱਚ ਜਾਵੇ, ਮੱਥਾ ਟੇਕਣ ਤੋਂ ਬਾਅਦ ਕਦੀ ਕਥਾ ਵਾਲੇ ਨੂੰ ਸਵਾਲ ਕਰਕੇ ਘੇਰ ਲਿਆ ਕਰੇ, ਕਦੀ ਪ੍ਰਬੰਧਕਾਂ ਨੂੰ ਮਨਮਤ ਅਤੇ ਗੁਰਮਤ ਸਮਝਾਉਣ ਚੱਲ ਪਿਆ ਕਰੇ। ਜੰਮੂ ਦਾ ਇੱਕ ਨੌਜਵਾਨ ਓਂਕਾਰ ਸਿੰਘ ਤੇ ਅਭਿਨਵ ਕੋਸ਼ਿਸ਼ ਕਰਕੇ ਮੈਨੂੰ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਕਥਾ ਕਰਨ ਵਾਸਤੇ ਜੰਮੂ ਬੁਲਾਉਣ ਲੱਗ ਪਏ। ਮੈਥੋਂ ਮਗਰੋਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਸੁਲਝੇ ਹੋਏ ਨੌਜਵਾਨ ਕਥਾਵਾਚਕ ਜੰਮੂ ਦੀਆਂ ਸਟੇਜਾਂ 'ਤੇ ਜਾਣ ਲੱਗ ਪਏ। ਪ੍ਰਬੰਧਕਾਂ ਕੋਲ ਅਭਿਨਵ ਦੀਆਂ ਦਲੀਲਾਂ ਦਾ ਤਾਂ ਕੋਈ ਜਵਾਬ ਨਹੀਂ ਹੁੰਦਾ ਸੀ। ਆਖਰੀ ਹਥਿਆਰ ਵਰਤਦਿਆਂ ਪ੍ਰਬੰਧਕ ਕਹਿ ਦਿੰਦੇ ਕਿ ਤੂੰ ਤਾਂ ਸਿੱਖ ਹੀ ਨਹੀਂ ਹੈ, ਪਹਿਲਾਂ ਕੇਸ ਰੱਖ ਫਿਰ ਸਾਡੇ ਨਾਲ ਗੱਲ ਕਰੀ ਆ ਕੇ। ਅਭਿਨਵ ਸਾਹਮਣੇ ਸਿੱਖ ਸਾਥੀਆਂ ਨੂੰ ਨਾਲ ਲੈ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਅੱਗੇ ਗੁਰਬਾਣੀ ਤੋਂ ਉਲਟ ਹੋ ਰਹੇ ਕਰਮ ਕਾਂਡਾਂ ਨੂੰ ਰੱਖਦਾ ਤਾਂ ਜਵਾਬ ਮਿਲਦਾ ਕਿ ਇਹ ਤਾਂ ਸਾਡੀ ਪੁਰਾਤਨ ਮਰਿਆਦਾ ਹੈ। ਜਦੋਂ ਉਹ ਕਹਿੰਦਾ ਕਿ ਗੁਰੂ ਨਾਨਕ ਬਾਬਾ ਜੀ ਨਾਲੋਂ ਵੀ ਪੁਰਾਣੀ ਹੈ, ਜੇ ਹਾਂ ਤਦੋਂ ਇਹ ਬ੍ਰਾਹਮਣੀ ਮਰਿਆਦਾ ਹੈ। ਗੁਰਦੁਆਰੇ ਦਾ ਝੰਡਾ ਉਤਾਰ ਦਿਓ, ਮੰਦਰ ਵਾਲਾ ਲਾਲ ਝੰਡਾ ਗੱਡ ਦਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਮੂਰਤੀ ਰੱਖ ਲਓ। ਭਾਈ ਜੀ ਤੁਹਾਡੇ ਵੈਸੇ ਹੀ ਬ੍ਰਾਹਮਣਾਂ ਵਰਗੇ ਹਨ, ਬਸ ਮੱਥੇ ਵਿੱਚ ਟਿੱਕੇ ਲਾ ਦਿਓ। ਕਿਰਪਾਨ ਜੰਜੂ ਦਾ ਰੂਪ ਹੀ ਧਾਰਨ ਕਰ ਚੁੱਕੀ ਹੈ। ਸਾਰੇ ਗੁਰਦੁਆਰਿਆਂ ਵਿੱਚ ਕਥਾਵਾਂ ਤਾਂ ਦੇਵੀਆਂ ਦੇਵਤਿਆਂ ਦੀਆਂ ਹੀ ਹੋ ਰਹੀਆਂ ਹਨ। ਇਸ ਤੋਂ ਮਗਰੋਂ ਗੱਲ ਝਗੜੇ ਤੱਕ ਪਹੁੰਚਣ ਲੱਗ ਪੈਂਦੀ। ਪ੍ਰਬੰਧਕਾਂ ਕੋਲ ਜਵਾਬ ਤਾਂ ਕੋਈ ਹੈ ਨਹੀਂ ਸੀ। ਅਪਮਾਨਜਨਕ ਸ਼ਬਦ ਵਰਤ ਕੇ ਭਾਈ ਅਭਿਨਵ ਨੂੰ ਵਾਪਸ ਪਰਤ ਜਾਣ ਲਈ ਉਹ ਮਜਬੂਰ ਕਰ ਦਿੰਦੇ। ਅਭਿਨਵ ਨੇ ਇੱਕ ਦਿਨ ਮੈਨੂੰ ਪੁੱਛਿਆ ਕਿ ਮੈਂ ਖੰਡੇ ਦੀ ਪਹੁਲ ਲੈ ਕੇ ਸਿੱਖ ਧਰਮ ਨੂੰ ਅਪਣਾਉਣਾ ਚਾਹੁੰਦਾ ਹਾਂ, ਤੁਹਾਡਾ ਕੀ ਵਿਚਾਰ ਹੈ? ਮੈਂ ਜਵਾਬ ਕੁਝ ਇਉਂ ਦਿੱਤਾ, ਪੁੱਤਰ ਤੂੰ ਬਹੁਤ ਸਿਆਣਾ ਹੈ ਤੇ ਹੋਣਹਾਰ ਲੜਕਾ ਹੈ। ਸਿੰਘ ਸਾਜਣ ਨਾਲ ਤੇਰਾ ਭਾਈਚਾਰਾ ਤੇਰੇ ਨਾਲ ਮੰਦਾ ਵਰਤਾਓ ਕਰੇਗਾ, ਰਿਸ਼ਤੇ ਨਾਤੇ ਤੁਹਾਡੇ ਵਿਗੜ ਜਾਣਗੇ। ਤੈਨੂੰ ਮੁਸ਼ਕਲਾਂ ਵਿੱਚ ਫਸੇ ਨੂੰ ਬਚਾਉਣ ਵਾਸਤੇ ਕਿਸੇ ਸਿੱਖ ਜਥੇਬੰਦੀ ਨੇ ਤੇਰੀ ਮਦਦ ਨਹੀਂ ਕਰਨੀ। ਹੌਲੀ ਹੌਲੀ ਆਪਣੇ ਘਰ ਵਿੱਚ ਸਿੱਖੀ ਵਾਲੇ ਮਾਹੌਲ ਦੀ ਸਿਰਜਣਾ ਕਰ। ਪਰਿਵਾਰ ਸਮੇਤ ਕਦੀ ਕਦਾਈ ਗੁਰਦੁਆਰੇ ਜਾਇਆ ਕਰ। ਬੱਚਿਆਂ ਨੂੰ ਉਮਰ ਮੁਤਾਬਕ ਪਾਠ ਕਰਨਾ ਸਿਖਾਓ। ਅਗਰ ਸੰਭਵ ਹੋਵੇ ਤਾਂ ਕੇਸ ਰਖਵਾ ਦਿਓ। ਜਿਵੇਂ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਅਨੁਸਾਰ ਜੀਵਨ ਬਣਾਓਗੇ, ਸਿੱਖ ਆਪੀ ਬਣਦੇ ਜਾਓਗੇ। ਇਸ ਸੁਝਾਅ ਨੂੰ ਉਸਨੇ ਸਵੀਕਾਰ ਕਰ ਲਿਆ। ਅਭਿਨਵ ਦੀ ਸਤਿਕਾਰਯੋਗ ਮਾਂ
ਕਈ ਤਰ੍ਹਾਂ ਦੇ ਬ੍ਰਾਹਮਣੀ ਕਰਮ ਕਾਂਡ ਕਰਦੀ ਸੀ। ਵਰਤ, ਜੋਤਿਸ਼, ਹੱਥਾਂ 'ਤੇ ਧਾਗੇ ਤੇ ਹੋਰ ਕਈ ਕੁਝ। ਇੱਕ ਦਿਨ ਇਹ ਅਭਿਨਵ ਨੇ ਮੈਨੂੰ ਪ੍ਰਚਾਰ ਲਈ ਗਏ ਨੂੰ ਆਪਣੇ ਘਰ ਸੱਦ ਲਿਆ। ਚਾਹ ਪਾਣੀ ਤੋਂ ਮਗਰੋਂ ਆਪਣੀ ਮਾਂ ਸਮੇਤ ਮੇਰੇ ਕੋਲ ਬੈਠ ਗਿਆ। ਉਹ ਕਹਿਣ ਲੱਗਿਆ, ਮੇਰੀ ਮਾਂ ਅਨੇਕਾਂ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਗ੍ਰਸੀ ਹੋਈ ਹੈ, ਕਰਮ ਕਾਂਡ, ਵਰਤ ਆਦਿ ਰੱਖਦੀ ਹੈ। ਇਸ ਨੂੰ ਕੋਈ ਸਮਝਾਓ ਕਿ ਅੱਗੇ ਤੋਂ ਅਜਿਹੇ ਕੰਮ ਨਾ ਕਰੇ। ਮੈਂ ਸੰਖੇਪ ਵਿੱਚ ਸਤਿਕਾਰਯੋਗ ਭੈਣ ਨੂੰ ਗੁਰਮਤਿ ਬਾਰੇ ਦੱਸਿਆ, ਕਰਮ ਕਾਂਡਾਂ ਤੋਂ ਪਰਹੇਜ਼ ਕਰਨ ਬਾਰੇ ਬੇਨਤੀ ਕੀਤੀ ਅਤੇ ਹੋਰ ਕਈ ਕੁਝ ਸਮਝਾਇਆ। ਇਸ ਬੀਬੀ ਨੇ ਆਪਣੀ ਵੇਦਨਾ ਇਉਂ ਬਿਆਨ ਕੀਤੀ, ਵੀਰ ਜੀ, ਮੈਂ ਗੁਰਦਾਸਪੁਰ ਸ਼ਹਿਰ ਦੀ ਜੰਮੀ ਪਲੀ ਹੋਈ ਹਾਂ। 50 ਸਾਲ ਪਹਿਲਾਂ BA ਪੜ੍ਹ ਲਈ ਸੀ। ਪੰਜਾਬ ਦੇ ਸਿੱਖ ਪਰਿਵਾਰਾਂ ਨਾਲ ਸਾਡੀ ਹਰ ਤਰ੍ਹਾਂ ਦੀ ਸਾਂਝ ਸੀ। ਐਤਵਾਰ ਨੂੰ ਅਸੀਂ ਗੁਰਦੁਆਰੇ ਵੀ ਜਾਂਦੇ ਸਾਂ। ਸਿਲੇਬਸ ਵਿੱਚ ਅਤੇ ਸਿਲੇਬਸ ਤੋਂ ਬਾਹਰਲੀਆਂ ਸਿੱਖ ਧਰਮ ਬਾਰੇ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਚੁੱਕੀ ਹਾਂ। 22 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਜਿਸ ਪਰਿਵਾਰ ਵਿੱਚ ਕੀਤਾ ਗਿਆ ਉਹ ਅੰਧ ਵਿਸ਼ਵਾਸੀ ਹਿੰਦੂ ਪਰਿਵਾਰ ਸੀ। ਸਿਰੇ ਦਾ ਕਰਮਕਾਂਡੀ। ਮੈਨੂੰ ਸਹੁਰੇ ਘਰ ਵਿੱਚ ਬ੍ਰਾਹਮਣੀ ਰੀਤਾਂ ਪੂਰੀਆਂ ਕਰਨ ਲਈ ਕਿਹਾ ਗਿਆ। ਮੈਂ ਨਾ ਕਰਦੀ ਰਹੀ। ਮੇਰਾ ਸਾਰੇ ਪਰਿਵਾਰ ਨੇ ਅਪਮਾਨ ਕੀਤਾ, ਬਾਰ-ਬਾਰ ਬੇਇੱਜ਼ਤੀ ਕੀਤੀ। ਪੇਕਾ ਪਰਿਵਾਰ ਵੀ ਮੇਰੀ ਮਦਦ ਕਰਨ ਤੋਂ ਅਸਮਰੱਥ ਹੋ ਗਿਆ। 5 ਸਾਲਾਂ ਤੱਕ ਪੇਕੇ ਕਦੀ ਸਹੁਰੇ ਧੱਕੇ ਖਾਂਦੀ ਰਹੀ। ਅਖੀਰ ਵਿੱਚ ਮੈਂ ਇਕੱਲੀ ਸੀ। ਮੈਂ ਹਾਰ ਗਈ। ਮੇਰੀ ਹਮਦਰਦੀ ਵਾਲਾ ਕੋਈ ਨਾ ਬੌੜਿਆ। ਫਿਰ ਜੋ ਇਹਨਾਂ ਨੇ ਕਿਹਾ ਮੈਂ ਸਿਰ ਝੁਕਾ ਕੇ ਮੰਨ ਲਿਆ। ਹੁਣ ਮੈਂ 65 ਸਾਲ ਦੀ ਹੋ ਗਈ ਹਾਂ। ਇਸ ਉਮਰ ਵਿੱਚ ਮੇਰੇ ਲਈ ਵਾਪਸ ਮੁੜਨਾ ਸੰਭਵ ਨਹੀਂ ਹੈ। ਕਦੀ ਇੱਧਰ ਕਦੀ ਉੱਧਰ ਮਨ ਲਾਉਣਾ ਸੌਖਾ ਨਹੀਂ। ਮੈਂ ਇੱਕ ਇਨਸਾਨ ਆਪਣੇ ਆਪ ਨੂੰ ਸਮਝਦੀ ਸਾਂ, ਪਰ ਜਿਉਂ-ਜਿਉਂ ਮੈਂ ਵੱਡੀ ਹੁੰਦੀ ਗਈ ਪਤਾ ਲੱਗਦਾ ਗਿਆ ਕਿ ਔਰਤ ਜਾਤ ਇਸ ਦੇਸ਼ ਵਿੱਚ ਬਰਾਬਰ ਦੀ ਇਨਸਾਨ ਨਹੀਂ ਮੰਨੀ ਜਾ ਰਹੀ। ਸਮਾਜ ਤੇ ਕਾਨੂੰਨ ਵੀ ਸਾਡੀ ਮਦਦ ਨਹੀਂ ਕਰਦੇ। ਇਸ ਉਮਰ ਵਿੱਚ ਜ਼ਿੰਦਗੀ ਦੀ ਰੁਟੀਨ ਬਦਲਣੀ ਮੇਰੇ ਲਈ ਅਸੰਭਵ ਹੈ। ਮੈਂ ਵੇਖ ਰਿਹਾ ਸਾਂ, ਭੈਣ ਦੀਆਂ ਅੱਖਾਂ ਛਲਕ ਰਹੀਆਂ ਸਨ। ਮੇਰਾ ਵੀ ਮਨ ਭਰ ਆਇਆ ਸੀ। ਅਭਿਨਵ ਆਪਣੀ ਥਾਂ ਉਦਾਸ ਬੈਠਾ ਸੀ। ਮੈਂ ਮਨ ਕਰੜਾ ਜਿਹਾ ਕਰਕੇ ਇੰਨਾ ਹੀ ਆਖਿਆ, ਭੈਣ ਜੀ, ਮੈਨੂੰ ਮਾਫ਼ ਕਰ ਦਿਓ। ਤੁਸੀਂ ਆਪਣੇ ਦਿਲ ਦੀ ਵੇਦਨਾ ਸਾਡੇ ਸਾਹਮਣੇ ਰੱਖ ਕੇ ਮਣਾ ਮੂੰਹੀ ਭਾਰ ਸਾਡੇ ਸਿਰ 'ਤੇ ਰੱਖ ਦਿੱਤਾ ਹੈ। ਜਿਸ ਹਾਲਤ ਵਿੱਚ ਤੁਸੀਂ ਵਕਤ ਗੁਜ਼ਾਰਿਆ ਹੈ ਉਹ ਬਹੁਤ ਦੁਖਦਾਈ ਸੀ। ਅੱਗੋਂ ਲਈ ਮੈਂ ਜਾਂ ਘਰ ਦਾ ਹੋਰ ਮੈਂਬਰ ਤੁਹਾਨੂੰ ਜ਼ਿੰਦਗੀ ਦੀ ਰੁਟੀਨ ਬਦਲਣ ਲਈ ਮਜਬੂਰ ਨਹੀਂ ਕਰੇਗਾ। ਤੁਹਾਡਾ ਬੇਟਾ ਅਭਿਨਵ ਵੀ ਤੁਹਾਡੀ ਮਰਜ਼ੀ ਵਿਰੁੱਧ ਕੁਝ ਨਹੀਂ ਕਰੇਗਾ। ਜਿਵੇਂ ਤੁਸੀਂ ਚਾਹੋਗੇ ਉਸੇ ਤਰ੍ਹਾਂ ਹੀ ਹੋਵੇਗਾ। ਗੁਰੂ ਪਿਆਰ ਵਾਲਿਓ, ਬਹੁਤ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਔਰਤਾਂ ਨੂੰ ਆਪਣੀ ਮਰਜ਼ੀ, ਆਪਣਾ ਅਧਿਕਾਰ, ਆਪਣਾ ਸਵੈਮਾਨ ਉਹ ਕਦੀ ਵੀ ਵਰਤਣ ਦੀ ਇਜਾਜ਼ਤ ਨਹੀਂ ਹੁੰਦੀ। ਉਹਨਾਂ ਤੋਂ ਹਰ ਕੰਮ ਜ਼ਬਰਦਸਤੀ ਕਰਵਾਇਆ ਜਾਂਦਾ ਹੈ, ਭਾਵੇਂ ਉਹਦੀ ਅਣਖ ਸਵੈਮਾਨ ਕੁਚਲਿਆ ਵੀ ਕਿਉਂ ਨਾ ਜਾਵੇ। ਇਸ ਦੁਖਦਾਈ ਘਟਨਾ ਨੂੰ ਮੈਂ ਕਦੇ ਭੁਲਾ ਨਹੀਂ ਸਕਿਆ। ਅਤੇ ਤੁਸੀਂ ਵੀ ਬੀਬੀਆਂ ਭੈਣਾਂ ਨੂੰ ਬਰਾਬਰ ਦਾ ਦਰਜਾ ਦਿਵਾਉਣ ਵਾਸਤੇ ਜਿੰਨਾ ਹੋ ਸਕੇ ਆਪਣਾ ਯੋਗਦਾਨ ਜ਼ਰੂਰ ਪਾਓ, ਕਿਉਂਕਿ ਗੁਰਬਾਣੀ ਵੀ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਵਰਗੇ ਫਰਮਾਨ ਸਾਨੂੰ ਸੁਣਾਉਂਦੀ ਹੈ, ਅਤੇ ਉਹਨਾਂ ਨੂੰ ਵੀ ਆਪਾਂ ਅਮਲੀ ਜਾਮਾ ਪਹਿਨਾਉਣ ਦਾ ਯਤਨ ਕਰੀਏ। ਆਖੋ ਸਤਨਾਮ।